ਤਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ। ਭਾਈ ਸਾਹਿਬ ਦੇ ਘਰ ਦਾ ਵਾਤਾਵਰਨ ਕਿਸ ਤਰ੍ਹਾਂ ਦਾ ਹੈ? ਅਸੀਂ ਘਰ ਦੇ ਦਰਵਾਜ਼ੇ 'ਤੇ ਜਾਵਾਂਗੇ, ਸਾਨੂੰ ਪਤਾ ਲੱਗੇਗਾ ਮਾਹੌਲ ਕਿਸ ਤਰ੍ਹਾਂ ਦਾ ਹੈ। ਗੁਰੂ ਨਾਨਕ ਜੀ ਸਾਡੀ ਸੁਰਤ ਲੈ ਕੇ ਜਾਣਾ ਚਾਹੁੰਦੇ ਨੇ ਸੋ ਦਰ ਤੇ ਸੋ ਪੁਰਖ ਕੋਲ। ਇਹ ਮੇਰੇ ਗੁਰੂ ਨਾਨਕ ਦਾ ਕਮਾਲ ਹੈ ਕਿ ਦੁਨੀਆ ਦੇ ਨਾਸ਼ਮਾਨ ਘਰਾਂ ਨੂੰ ਮੁਹੱਬਤ ਕਰਨ ਵਾਲੇ ਨੂੰ ਗੁਰੂ ਨਾਨਕ ਜੀ ਐਸੇ ਦਰ 'ਤੇ ਲੈ ਕੇ ਜਾਣਾ ਚਾਹੁੰਦੇ ਨੇ ਜਿਹੜਾ ਦਰ ਸਦਾ ਸਲਾਮਤ। ਗੁਰੂ ਨਾਨਕ ਜੀ ਸਾਡੀ ਸਾਂਝ ਉਸ ਦਰ ਨਾਲ ਪਵਾਉਣੀ ਚਾਹੁੰਦੇ ਨੇ ਜਿਸ ਦਰ ਨੇ ਸਦਾ ਸਲਾਮਤ ਰਹਿਣਾ, ਜਿਸ ਦਰ ਨੇ ਸਦਾ ਕਾਇਮ ਰਹਿਣਾ। ਹੁਣ ਪਹਿਲੀ ਗੱਲ, ਸਾਡੇ ਅੰਦਰ ਇਸ ਤਰ੍ਹਾਂ ਦਾ ਚਾਅ ਪੈਦਾ ਹੋ ਜਾਏ ਕਿ ਮੈਂ ਆਪਣੇ ਛੋਟੇ ਜਿਹੇ ਕੱਚੇ ਜਿਹੇ ਘਰ, ਟੁੱਟ ਜਾਣ ਵਾਲੇ, ਬਿਨਸ ਜਾਣ ਵਾਲੇ ਘਰ ਨਾਲ ਨਹੀਂ ਜੁੜਨਾ। ਗੁਰੂ ਨਾਨਕ ਜੀ ਕਹਿੰਦੇ, ਆਵਾਜ਼ ਮਾਰ ਕੇ ਕਹਿੰਦੇ, ਭਲਿਆ ਆ ਮੈਂ ਤੂੰ ਲੈ ਚੱਲਾਂ, ਸੋਦਰ ਦੀ ਕਰਤਵ ਤੇਰੀ ਮੈਂ ਪਹੁੰਚ ਕਰਵਾ ਦੇ। ਇੱਕ ਨਿੱਕਾ ਜਿਹਾ ਸਵਾਲ ਹੋਰ ਅੱਗੇ ਆ ਗਿਆ। ਪਰਮੇਸ਼ਰ ਜਿਸ ਤੇ ਟੁੱਟਦੇ ਨੇ ਉਹਨੂੰ ਕੀ ਬਖਸ਼ਦੇ ਨੇ? ਨਿੱਕਾ ਜਿਹਾ ਸਵਾਲ। ਆਪਾਂ ਪਾਠਕ ਬੈਠੇ ਹਾਂ, ਜਗਿਆਸੂ ਬੈਠੇ ਹਾਂ। ਇਹ ਸਵਾਲ ਵੀ ਜਪਜੀ ਸਾਹਿਬ ਦੀ ਪਾਵਨ ਬਾਣੀ ਦੇ ਵਿੱਚੋਂ ਹੀ ਹੈ। ਜਿਸ ਤੇ ਪਰਮੇਸ਼ਰ ਟੁੱਟਦੇ ਨੇ, ਆਪਣੀ ਰਹਿਮਤ ਦੇ ਵਿੱਚੋਂ ਉਸ ਜਗਿਆਸੂ ਨੂੰ, ਉਸ ਜੀਵ ਨੂੰ ਕੀ ਬਖਸ਼ਿਸ਼ ਕਰਦੇ ਨੇ? ਤੇ ਜੇ ਤੇ ਉਹ ਬਖਸ਼ਿਸ਼ ਹੁੰਦੀ ਹੈ, ਉਹਦੀ ਅਵਸਥਾ ਕਿਸ ਤਰ੍ਹਾਂ ਦੀ ਬਣ ਜਾਂਦੀ? ਉਹ ਆਮ ਮਨੁੱਖ ਰਹਿੰਦਾ ਹੈ ਕਿ ਆਮ ਮਨੁੱਖਾਂ 'ਚ ਰਹਿ ਕੇ ਉਹਦੀ ਜਿਹੜੀ ਮਨੋਬਿਰਤੀ ਹੈ ਕਿੰਨੀ ਕੁ ਉੱਚੀ ਉੱਠਦੀ ਹੈ? ਉਹ ਆਪਣੇ ਆਪ ਨੂੰ ਕਦੇ ਟੁੱਟਿਆ ਹੋਇਆ ਮਹਿਸੂਸ ਕਰਦਾ ਹੈ, ਹਾਰਿਆ ਹੋਇਆ ਮਹਿਸੂਸ ਕਰਦਾ ਹੈ, ਦੁਨੀਆ ਦੇ ਬੰਦਿਆਂ ਦੇ ਅੰਦਰ ਆਪਣੇ ਜ਼ਿੰਦਗੀ ਦੀਆਂ ਲੋੜਾਂ ਲਈ ਤਰਲੇ ਲੈਂਦਾ ਹੋਇਆ ਦਿਖਾਈ ਦਿੰਦਾ ਹੈ, ਜਾਂ ਉਹਦੀ ਜ਼ਿੰਦਗੀ ਦੀ ਅਵਸਥਾ ਬੜੀ ਹੋਰਵੀਂ ਹੋ ਜਾਂਦੀ ਹੈ। ਉਹ ਕਿਸ ਤਰ੍ਹਾਂ ਦਾ ਬਣ ਜਾਂਦਾ ਹੈ? ਹੁਣ ਜੇ ਦਾਸ ਜਦੋਂ ਵਿਚਾਰ ਕਰਦਾ ਹੈ ਤੇ ਦਾਸ ਦੇ ਸਾਹਮਣੇ ਗੁਰੂ ਨਾਨਕ ਜੀ ਦੀ ਪਾਵਨ ਬਾਣੀ 'ਚ ਬੋਲ ਆ ਜਾਂਦੇ ਨੇ ਕਿ ਜਦੋਂ ਪਰਮੇਸ਼ਰ ਟੁੱਟਦੇ ਜੀ ਤੇ ਬਹੁਤ ਮਿਹਰਬਾਨ ਹੋਣ ਨਾ ਵਾਹਿਗੁਰੂ ਜੀ, ਉਹਨੂੰ ਪਤਾ ਕੀ ਬਖਸ਼ਦੇ ਨੇ? ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਉਹਨੂੰ ਸਿਫਤ ਸਲਾਹ ਦਿੰਦੇ ਨੇ। ਸੱਚ ਨਾਉ ਵਡਿਆਈ ਵਿਚਾਰ ਕਿਉਂ ਦਿੰਦੇ ਨੇ? ਉਹ ਜਾਣਦੇ ਨੇ ਜਿਹਦੇ ਕੋਲ ਹੋਏਗੀ ਉਹ ਮਾਲਕ ਨਾਲ ਸੰਬੰਧ ਬਣਾ ਸਕੇਗਾ, ਸੋਦਰ ਤੱਕ ਜਾ ਸਕੇਗਾ। ਜਿਹਦੇ ਕੋਲ ਇਹ ਚੀਜ਼ ਨਾ ਹੋਈ, ਜਾ ਹੀ ਨਹੀਂ ਸਕੇਗਾ। ਗੁਰੂ ਨਾਨਕ ਜੀ ਧਿਆਨ ਇਸ ਪਾਸੇ ਲੈ ਕੇ ਜਾਣਾ ਚਾਹੁੰਦੇ ਨੇ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਹੁਣ ਗੁਰੂ ਇਹ ਹੈ ਗੁਰੂ ਨਾਨਕ ਜੀ ਦੀ ਸਾਡੇ ਤੇ ਮੁਰੰਮਤ, ਉਹਨਾਂ ਦੀ ਸਾਡੇ ਤੇ ਦਇਆ ਦ੍ਰਿਸ਼ਟੀ। ਫਿਰ ਗੁਰੂ ਨਾਨਕ ਜੀ ਇਸ ਪੌੜੀ ਤੋਂ ਅਗਲੇ ਪਾਸੇ ਜਿਹੜੀ ਗੱਲ ਚੱਲਦੀ ਹੈ, ਤੇ ਦੇਖੋਗੇ ਤੁਸੀਂ ਜਿਹੜੀ ਪੌੜੀ ਸ਼ੁਰੂ ਹੁੰਦੀ ਹੈ, ਅਮੁੱਲ ਗੁਣ ਮੁੱਲ ਵਿਚਾਰ ਵਾਲੀ ਗੱਲ ਚੱਲਦੀ ਹੈ। ਇਸ ਪੌੜੀ ਤੋਂ ਬਾਅਦ ਅਗਲੇ ਪਾਸੇ ਸੋਦਰ ਜਪਜੀ 'ਚ ਆਉਂਦਾ। ਉਹਦੇ ਅੰਦਰ ਫਿਰ ਉਹਦੀ ਸੁਰਤ ਕਿੰਨੀ ਉੱਚੀ ਉੱਠ ਜਾਂਦੀ ਹੈ, ਜਿਹਦੇ ਕੋਲ ਸਿਫਤ ਸਲਾਹ ਆ ਜਾਂਦੀ ਹੈ। ਹੁਣ ਸਿਫਤੋ ਸਲਾਹ ਵਾਲੇ ਮਨੁੱਖ ਦੇ ਸਾਹਮਣੇ ਪਰਮੇਸ਼ਰ ਦੇ ਦਰ ਦਾ ਵਾਤਾਵਰਨ ਆ ਜਾਂਦਾ ਹੈ, ਤੇ ਜਿਹਦੇ ਕੋਲ ਪਰਮੇਸ਼ਰ ਦੇ ਦਰ ਦਾ ਵਾਤਾਵਰਨ ਆ ਜਾਏਗਾ, ਉਹ ਫਿਰ ਜ਼ਬਾਨੀ ਗੱਲ ਨਹੀਂ ਕਰੇਗਾ। ਤੇ ਜੇ ਕੋਈ ਜ਼ਬਾਨੀ ਸੁਣੀ ਸੁਣਾਈ ਗੱਲ ਕਰਦਾ, ਗੁਰੂ ਨਾਨਕ ਨਹੀਂ, ਭਲਿਆ ਅਧੂਰੀ ਹੈ। ਸੋਦਰ ਦੀ ਪੌੜੀ ਤੋਂ ਬਾਅਦ ਤੁਸੀਂ ਦੂਜਾ ਸ਼ਬਦ ਪੜ੍ਹਿਆ, ਆਸਾ ਮਹਿਲਾ ਪਹਿਲਾ। ਉਹਦੀ ਪਹਿਲੀ ਪੰਕਤੀ ਆਪਾਂ ਪੜ੍ਹੀ, ਸੁਣ ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ। ਗੁਰੂ ਨਾਨਕ ਨੇ ਭਲਿਆ
ਸੁਣ ਕੇ ਕਹਿਣ ਦੀ ਗੱਲ ਕਰੇਗਾ ਤੂੰ ਕਹਿ ਨਹੀਂ ਸਕੇਗਾ। ਜੇ ਤੂੰ ਪਤਾ ਲੈਣਾ ਹੀ ਤਾਂ ਇਹ ਮਾਰਗ ਤੇ ਚੱਲ, ਸੋ ਦਰ ਤੇ ਪਹੁੰਚ। ਹੁਣ ਗੁਰਦੇਵ ਲੈ ਕੇ ਤੁਰਨਾ ਚਾਹੁੰਦੇ। ਸਿੱਖ ਜ਼ਬਾਨੀ ਗੱਲ ਨਾ ਕਰੇ, ਸੁਣੀ ਸੁਣਾਈ ਗੱਲ ਨਾ ਕਰੇ। ਸਿੱਖ ਦੀ ਸੁਰਤ ਇੰਨੀ ਉੱਚੀ ਉੱਠ ਜਾਏ, ਇਹਨੂੰ ਸੋਦਰ ਦੇ ਵਾਤਾਵਰਨ ਦਾ ਵੀ ਪ੍ਰਭਾਵ ਮਿਲ ਜਾਏ, ਇਹ ਸੋਪੁਰਖ ਦੇ ਘਰ ਵੀ ਚਲਾ ਜਾਏ। ਉਸੇ ਸੋਦਰ ਤੋਂ ਲੰਘਦੇ ਹੋਇਆਂ ਸੋਪੁਰਖ ਕੋ ਜਾਣਾ। ਤੇ ਮਾਲਕ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬੜੀਆਂ ਬਖਸ਼ਾਂ ਦੇ ਮੀਂਹ ਪਾ ਰਹੇ। ਜਿਹੜੇ ਸ਼ਬਦ ਅੱਜ ਸ਼ੁਰੂ ਹੋ ਰਹੇ ਨੇ ਸੋਪੁਰਖ, ਇਹ ਸਿਰਲੇਖ ਦੇ ਥੱਲੇ ਕਿੰਨੇ ਸ਼ਬਦ ਆਣੇ ਨੇ? ਸੋਪੁਰਖ ਦੇ ਸਿਰਲੇਖ ਥੱਲੇ ਕਿੰਨੇ ਸ਼ਬਦ ਆਣੇ ਨੇ? ਕਿੰਨਾ ਸੋਚਣਾ ਪੈ ਗਿਆ। ਰੋਜ਼ ਪੜ੍ਹਨ ਵਾਲੀ ਬਾਣੀ ਹੈ, ਰੋਜ਼ ਪੜ੍ਹਦੇ ਹਾਂ। ਇਹਨਾਂ ਤੇ ਯਾਦ ਰੱਖ ਲਈਏ ਨਾ, ਸੋ ਦਰ ਦੇ ਸਿਰਲੇਖ ਥੱਲੇ 5 ਸ਼ਬਦ ਨੇ ਤੇ ਸੋ ਪੁਰਖ ਦੇ ਸਿਰਲੇਖ ਹੇਠਾਂ 4 ਸ਼ਬਦ। ਹੁਣ ਸੋ ਪੁਰਖ ਦੀ ਗੱਲ 4 ਸ਼ਬਦਾਂ 'ਚ ਹੋਣੀ ਹੈ। ਸੋ ਦਰ ਦੀ ਗੱਲ 5 ਸ਼ਬਦਾਂ 'ਚ ਕੀਤੀ। ਜਿਹੜਾ ਸੋ ਦਰ ਵਾਲੇ ਪਾਸੇ ਤੁਰਿਆ ਗਿਆ, ਗੱਲ ਇੱਕੋ ਦੀ ਹੋ ਰਹੀ ਹੈ। ਸੋ ਦਰ ਦੇ ਉੱਤੇ ਵੀ ਗੱਲ ਉਹੀ ਹੋਏਗੀ, ਸੋ ਪੁਰਖ ਵਿੱਚ ਗੱਲ ਉਹੀ ਹੋਏਗੀ। ਪਰ ਮੇਰੇ ਗੁਰਦੇਵ ਪਿਤਾ ਨੇ ਸਾਡੇ ਧਿਆਨ ਨੂੰ ਵੇਖੋ ਕਿਵੇਂ ਕੇਂਦਰਿਤ ਕੀਤਾ। ਇਹ 9 ਸ਼ਬਦ ਐਵੇਂ ਨਹੀਂ, ਇਹ ਤੇ ਆਪਣੇ ਗੁਰਦੇਵ ਨੂੰ ਸਜਦਾ ਕਰੀਏ, ਧੰਨ ਗੁਰੂ ਅਰਜਨ ਸਾਹਿਬ ਜੀ ਨੂੰ, ਜਿਨ੍ਹਾਂ ਨੇ ਸ਼ਬਦਾਂ ਦੀ ਸੰਪਾਦਨਾ ਕੀਤੀ। ਉਹਨਾਂ ਨੇ ਚੁਣ ਕੇ ਲਾਏ ਨੇ ਸ਼ਬਦ। ਇਹ ਤੇ ਚੋਣ, ਉਹਨਾਂ ਦੀ ਚੋਣ ਐਵੇਂ ਨਹੀਂ, ਮਨ ਘੜਤ ਨਹੀਂ ਹੈ। ਮਤ ਸੋਚਣਾ ਕਿ ਮਨ ਘੜਤ ਹੈ। ਇਹ ਸ਼ਬਦਾਂ ਦੀ ਚੋਣ ਦੇ ਪਿਛਲੇ ਪਾਸੇ ਇੱਕ ਵੱਡੀ ਉਹਨਾਂ ਦੇ ਕੋਲ ਜੋ ਉਹਨਾਂ ਦਾ ਅਨੁਭਵ ਹੋਏਗਾ ਨਾ, ਇਹ 5 ਸ਼ਬਦ ਸੋਦਰ ਦੇ ਸਿਰਲੇਖ ਥੱਲੇ ਇਕੱਠੇ ਕਰ ਦਿੱਤੇ। 4 ਸ਼ਬਦ ਜਿਹੜੇ ਨੇ ਇਹ ਸੋ ਪੁਰਖ ਦੇ ਸਿਰਲੇਖ ਥੱਲੇ ਇਕੱਠੇ ਕਰ ਦਿੱਤੇ। ਇਹ ਤੇ ਰਹੱਸ ਤੇ ਮੇਰੇ ਗੁਰਦੇਵ ਕੋਲ ਹੀ ਪਤਾ ਹੈ, ਮੇਰੇ ਵਰਗੇ ਮੂਰਖ ਨੂੰ ਤਾਂ ਕੁਝ ਵੀ ਨਹੀਂ ਪਤਾ। ਪਰ ਇੰਨਾ ਕੁ ਅਨੁਭਵ ਜਿਹਾ ਹੋ ਰਿਹਾ ਹੈ ਕਿ ਗੁਰਦੇਵ ਨੇ ਸ਼ਬਦਾਂ ਦੀ ਚੋਣ ਜਿਹੜੀ ਹੈ ਨਾ, ਐਵੇਂ ਅੰਦਾਜ਼ੇ ਨਾਲ ਨਹੀਂ ਕੀਤੀ ਕਿ ਆ ਵੀ ਜੋੜਦੇ ਆ ਵੀ ਜੋੜਦੇ, ਨਹੀਂ। ਇਹਦੇ ਮਗਲੇ ਪਾਸੇ ਕੋਈ ਰਹੱਸ ਹੈ। ਹੋ ਸਕਦਾ ਕਿਸੇ ਜੇ ਜ਼ਿਆਦਾ ਤੁਰਨ ਵਾਲੇ ਕੋ ਖੁੱਲ ਜਾਏ। ਤੇ ਸੋਦਰ ਤੇ ਸਬਰ ਕਰਦੇ ਹਾਂ ਕੱਲ ਕਿੱਥੇ ਆਪ ਜੀ ਨੇ ਸਮਾਪਤੀ ਕੀਤੀ ਹੈ ਨਾ, ਰਾਗ ਗੂਜਰੀ ਮਹਿਲਾ 5ਵੇਂ ਤੇ ਸਮਾਪਤੀ ਕੀਤੀ, ਜਿੱਥੇ ਆ ਕੇ ਬੰਦਾ ਘਾਬਰਦਾ ਹੈ। ਜਦੋਂ ਗੁਰਦੇਵ ਨੇ ਸਾਡੇ ਸਾਹਮਣੇ ਇਹ ਗੱਲ ਰੱਖੀ ਹੋਏਗੀ, ਤੂੰ ਸੁਣੀ ਹੋਏਗੀ, ਕਾਹੇ ਰੇ ਮਨ ਚਿਤਵੇਂ ਉਦਮ। ਤੇ ਦੁਨੀਆ ਦਾ ਬੰਦਾ ਕੰਮ ਕੀ ਹੋਏਗਾ, ਓਹੋ ਇਹ ਕੀ ਹੋ ਗਿਆ। ਗੁਰਦੇਵ ਜੀ ਕਿਉਂ ਕਹਿ ਰਹੇ ਨੇ, ਕਾਹਦੇ ਲਈ ਕਹਿ ਰਹੇ ਨੇ, ਕਿਵੇਂ ਉਦਮ ਨਹੀਂ ਕਰਨਾ। ਕਈ ਵਾਰ ਬਾਣੀ ਦੇ ਸ਼ਬਦਾਂ ਨੂੰ ਬਾਹਰ ਹੀ ਦੇਖ ਕੇ ਨਾ ਸਾਨੂੰ ਭੁਲੇਖਾ ਖੜਾ ਹੁੰਦਾ। ਪਰ ਬੜੀ ਤਸੱਲੀ ਹੈ, ਜਿਹੜੀ ਵਿਚਾਰ ਤੁਸੀਂ ਰਾਤੀ ਸੁਣੀ ਹੈ ਨਾ, ਬੜੀ ਤਸੱਲੀ ਬਖਸ਼ ਤੁਸੀਂ ਵਿਚਾਰ ਸੁਣੀ। ਤੇ ਅੱਜ 5 ਸ਼ਬਦਾਂ ਤੋਂ ਬਾਅਦ ਅੱਜ ਆਪਾਂ ਸੋ ਪੁਰਖ ਤੇ ਪਹੁੰਚ ਗਏ ਹਾਂ। ਹੁਣ ਸੋ ਪੁਰਖ ਦੀ ਜਿਹੜੀ ਪੌੜੀ ਹੈ ਨਾ, ਸ਼ਬਦ ਹੈ, ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ 2 ਵਾਰੀਆਂ ਆਏ। ਇੱਕ ਵਾਰੀ ਤਾਂ ਇੱਥੇ ਜਿੱਥੇ 9 ਸ਼ਬਦ ਇਸ ਸੋਦਰ ਦੇ ਰਹਿਰਾਸ ਦੇ ਸਿਰਲੇਖ ਹੇਠਾਂ ਇਕੱਠੇ ਕੀਤੇ ਗਏ ਨੇ। ਇੱਕ ਵਾਰੀ ਰਾਗ ਆਸਾ ਦੇ ਅੰਦਰ ਜਾ ਕੇ ਫਿਰ ਆਏਗਾ। ਇਹਦੇ 'ਚ ਅੰਤਰ ਹੈ, ਕੁਝ ਸ਼ਬਦਾਂ ਦੇ ਜੋੜ ਵਿੱਚ ਅੰਤਰ ਹੈ। ਕਦੇ ਆਪ ਪਾਠ ਕਰੋਗੇ ਤੁਹਾਡੇ ਅੱਗੇ ਖੁੱਲ੍ਹ ਜਾਏਗਾ, ਜੀ ਦਾ ਜੀਓ ਬਣਾਇਆ ਤੁਹਾਨੂੰ ਮਿਲ ਜਾਏਗਾ। ਕੁਝ ਪੌੜੀਆਂ ਦੇ ਵਿੱਚ, ਸਾਰੀਆਂ ਵਿੱਚ ਨਹੀਂ, ਉੱਥੇ ਜਾ ਕੇ ਪਤਾ ਚੱਲਦਾ। ਜਿਵੇਂ ਜਪਜੀ ਦੀ ਪੌੜੀ ਅੰਦਰ ਤੇ ਸੋਦਰ ਦੀ ਪਾਠ ਵਿੱਚ ਆਈ ਪੌੜੀ ਦੇ ਅੰਦਰ ਲਗਭਗ 18 ਮਤ ਭੇਦ ਨੇ, 18 ਅੰਤਰ ਨੇ ਲਗ ਮਾਤਰੀ। ਸਾਨੂੰ ਨਹੀਂ ਪਤਾ ਲੱਗਦਾ, ਵੱਖਰੀ ਗੱਲ ਹੈ। 18 ਦੇ ਕਰੀਬ ਨੇ, ਹੋ ਸਕਦਾ 17 ਜਾਂ 19 ਵੀ ਹੋ ਸਕਦੇ ਨੇ। ਇੰਨਾ ਭੇਦ ਹੈ ਉੱਥੇ। ਗੁਰਦੇਵ ਪਿਤਾ ਨੇ ਸਾਨੂੰ ਕਿਉਂ ਭੇਦ ਰੱਖੇ ਨੇ, ਤਾਂ ਕਿ ਅਸੀਂ ਬੇਧਿਆਨੇ ਨਾ ਹੋ ਜਾਈਏ। ਅਰਥਾਂ ਵਿੱਚ ਕੋਈ ਭੇਦ ਨਹੀਂ ਹੈ, ਅਰਥਾਂ ਵਿੱਚ ਕੋਈ ਭੇਦ ਨਹੀਂ ਹੈ, ਅਰਥ ਬਰਾਬਰ ਨੇ। ਜਿਹੜੇ ਜਪਜੀ ਵਿੱਚ ਅਰਥ ਨੇ, ਉਹੀ ਸੋਦਰ ਦੀ ਪੌੜੀ ਜਿਹਨੂੰ ਹੁਣ ਪੜ੍ਹੀ ਆਪ, ਉੱਥੇ ਅਰਥ ਨੇ। ਇਸ ਤਰ੍ਹਾਂ ਜਿਹੜਾ ਸ਼ਬਦ ਅੱਜ ਸ਼ੁਰੂ ਕਰਨ ਲੱਗੇ ਹਾਂ, ਇਹਦੇ ਜਿਹੜੇ ਅਰਥ ਇੱਥੇ ਕੀਤੇ ਜਾਣਗੇ, ਇਹੀ ਰਾਗ ਆਸਾ ਵਿੱਚ ਕੀਤੇ ਜਾਣਗੇ। ਅਰਥਾਂ ਵਿੱਚ ਕੋਈ ਭੇਦ ਨਹੀਂ ਹੈ, ਪਰ ਕਿਤੇ ਸ਼ਬਦ ਦੀ ਬਨਾਵਟ ਵਿੱਚ ਭੇਦ ਪਾਇਆ ਹੈ। ਉਹ ਇਸ ਲਈ ਪਾਇਆ
ਕਿ ਪਾਠ ਕਰਨ ਵਾਲਾ ਬੇਧਿਆਨਾ ਨਾ ਕਰ ਸਕੇ, ਬੇਧਿਆਨਾ ਨਾ ਕਰ ਸਕੇ। ਇਹ ਬੜੇ ਇਹੀ ਮੇਰੇ ਗੁਰਦੇਵ ਪਿਤਾ ਦੀਆਂ ਦੁਰਲੱਭ ਬਾਤਾਂ ਨੇ। ਤੁਰ ਧੰਨ ਗੁਰੂ ਰਾਮਦਾਸ ਜੀ ਨੇ ਉਚਾਰਨ ਕੀਤਾ ਹੋਇਆ ਸੋ ਦਰ ਰਾਗ, ਜਿਹੜਾ ਇਹ ਰਾਗ ਆਸਾ ਦਾ ਸ਼ਬਦ ਹੈ, ਸੋ ਪੁਰਖ ਸਿਰਲੇਖ ਵਾਲਾ, ਇਹ 2 ਵਾਰੀ ਆਏ। ਇੱਕ ਵਾਰੀ ਇੱਥੇ ਆ ਗਿਆ 9 ਸ਼ਬਦਾਂ ਦੇ ਵਿੱਚ, ਇਸ ਸਿਰਲੇਖ ਥੱਲੇ 4 ਸ਼ਬਦ ਆਉਣਗੇ। ਇਹ ਰਾਗ ਆਸਾ ਵਿੱਚ ਜਾ ਕੇ ਇਕੱਲਾ ਆਏਗਾ, ਫਿਰ ਅਗਲਾ ਸ਼ਬਦ ਵੀ ਆਏਗਾ ਉਸੇ ਰਾਗ ਦੇ ਅੰਦਰ ਥਾਂ ਸਿਰ ਆਉਣਗੇ। ਆਓ ਹੁਣ ਗੁਰਦੇਵ ਗੁਰੂ ਅਰਜਨ ਸਾਹਿਬ ਜੀ ਨੇ ਰਾਗ ਆਸਾ ਦੇ ਅੰਦਰ ਜਦੋਂ ਸ਼ਬਦ ਆਉਂਦਾ ਹੈ, ਉੱਥੇ ਮੰਗਲਾਚਰਨ ਨਹੀਂ ਹੈ, ਪਰ ਇੱਥੇ 4 ਸ਼ਬਦਾਂ ਦਾ ਇੱਕ ਸੰਗ੍ਰਹਿ ਇਕੱਠਾ ਕਰ ਦਿੱਤਾ ਹੈ, ਅਤੇ ਇਹਦੇ ਉੱਤੇ ਇੱਕ ਛੋਟਾ ਜਿਹੜਾ ਸਭ ਤੋਂ ਵੱਧ ਵਾਰੀ ਮੰਗਲ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵਰਤਿਆ ਗਿਆ, ਇਹ ਇੱਥੇ ਸੱਚੇ ਸਾਹਿਬ ਜੀ ਨੇ ਵਰਤੋਂ ਵਿੱਚ ਲਿਆਂਦਾ ਹੈ। ਇੱਕ ਓੰਕਾਰ ਸਤ ਗੁਰ ਪ੍ਰਸਾਦ, ਇੱਕ ਓੰਕਾਰ ਸਤ ਗੁਰ ਪ੍ਰਸਾਦ। ਅਰਥ ਆਪ ਜੀ ਨੂੰ ਪਤਾ ਹੈ। ਇਸ ਤੋਂ ਅੱਗੇ ਸ਼ਬਦ ਸ਼ੁਰੂ ਹੋ ਰਹੇ ਹੈ। ਆਪਾਂ ਉਸ ਸ਼ਬਦ ਦੇ ਨਾਲ ਆਪਣੀ ਸੁਰਤ ਦਾ ਸੰਬੰਧ ਬਣਾਈਏ ਅਤੇ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕੁਝ ਸਾਨੂੰ ਕਹਿਣਾ ਚਾਹੁੰਦੇ ਨੇ, ਆਪਾਂ ਧਿਆਨ ਨਾਲ ਸੁਣ ਸਕੀਏ ਜੀ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗੰਮਾ ਅਗੰਮ ਅਪਾਰਾ। ਹੁਣ ਪਹਿਲਾਂ ਸੋ ਦਾ ਅਰਥ ਹੈ ਉਹ ਜਿਹੜਾ ਦਰ ਤੇ ਬੈਠਾ ਹੋਇਆ। ਪਹਿਲਾਂ ਦਰ ਆਇਆ, ਭਾਵੇਂ ਇਹ ਸ਼ਬਦ ਦੇ ਰੰਭਲੇ ਸ਼ਬਦ ਨੇ, ਪਰ ਇਹ ਮੁਖਾਤਬ ਪਰਮਾਤਮਾ ਜੀ ਵਾਸਤੇ ਹੈ। ਪਰਮਾਤਮਾ ਜਿੱਥੇ ਟਿਕਾਣੇ ਵਾਸਤੇ ਹੈ, ਆਸਣ 'ਤੇ ਬੈਠੇ ਹੋਏ ਦੀ ਗੱਲ ਸਾਡੇ ਨਾਲ ਕੀਤੀ ਜਾ ਰਹੀ ਹੈ, ਸੰਸਾਰ ਨਾਲ ਕੀਤੀ ਜਾ ਰਹੀ ਹੈ। ਦੁਨੀਆ ਦੇ ਬੰਦਿਆਂ ਨੂੰ ਗੁਰੂ ਰਾਮਦਾਸ ਜੀ ਕਹਿੰਦੇ, ਭਲਿਆ ਆ ਮੈਂ ਤੈਨੂੰ ਉਸ ਪੁਰਖ ਦਾ ਦੀਦਾਰ ਕਰਾਵਾਂ। ਪੁਰਖ ਮੈਨੇ, ਪੁਰਖ ਸ਼ਬਦ ਦੇ ਕੀ ਅਰਥ ਨੇ ਜੀ? ਆਪਾਂ ਮੂਲ ਮੰਤਰ 'ਚ ਪੜ੍ਹਿਆ ਪੁਰਖ ਸ਼ਬਦ। ਪੁਰਖ ਸ਼ਬਦ ਦੇ ਕੀ ਅਰਥ ਨੇ? ਵਿਆਪਕ, ਪਰਿਪੂਰਨ। ਇਹ ਕੋਈ ਦੁਨਿਆਵੀ ਮਨੁੱਖ ਦੀ ਬਾਤ ਨਹੀਂ ਗੁਰਦੇਵ ਜੀ ਪਾਉਣ ਲੱਗੇ, ਇੱਥੇ ਉਸ ਹਸਤੀ ਦੀ, ਉਸ ਸਤਾ ਦੀ ਬਾਤ ਕਰਨ ਲੱਗੇ ਨੇ, ਜਿਹੜੀ ਸਤਾ ਜਿਹੜੀ ਹੈ ਨਾ, ਇਹ ਸਰਵ ਵਿਆਪਕ ਹੈ, ਜਿਹੜੀ ਸਤਾ ਪਰਿਪੂਰਨ ਹੈ। ਅਰਥ ਆਪਾਂ ਪੜ੍ਹ ਲਏ, ਕਰਤੇ ਤੋਂ ਬਾਅਦ ਪੁਰਖ ਆਇਆ। ਪਰਮਾਤਮਾ ਕਰਤਾ ਹੈ, ਪਰਮਾਤਮਾ ਪੁਰਖ ਹੈ, ਕਰਕੇ ਵਿੱਚ ਸਮਾਇਆ ਹੋਏ। सगल बनस्पत में बैसंतर, सगल दूध में किया, ऊंच नीच में जोत समाने, कट कट माधो जिया। परमात्मा किथे नहीं है, तू सबनी थाई, तू सबनी थाई जिथे हो जाई। ये गुरु रामदास का सो पुरख है। मेरे लिए अजे मैं मेरा इस पुरख नाल संबंध ही नहीं बने। ਆਪਾਂ ਦੁਨਿਆਵੀ ਬਿਰਤੀ ਵਾਲੇ ਮਨੁੱਖ ਬੈਠੇ ਹਾਂ ਕਿ ਅਸੀਂ ਪਰਮਾਤਮਾ ਨੂੰ ਸੋ ਪੁਰਖ ਦੇ ਰੂਪ ਵਿੱਚ ਜਾਣਦੇ। ਮੇਰੇ ਸਾਹਮਣੇ ਤੇ ਪਹਿਚਾਣ ਹੀ ਨਹੀਂ। ਮੈਂ ਜਪਜੀ ਵੀ ਪੜ੍ਹ ਲੈਣਾ, ਅਗਲੀ ਬਾਣੀ ਵੀ ਪੜ੍ਹ ਲੈਣਾ, ਮੇਰਾ ਤੇ ਸੰਬੰਧ ਸੋ ਪੁਰਖ ਨਾਲ ਬਾਣੀ ਨਹੀਂ ਪਾ ਰਿਹਾ, ਸੋ ਦਰਨਾ ਵੀ ਨਹੀਂ ਬਣ ਪਾ ਰਿਹਾ, ਮੈਂ ਸੋ ਪੁਰਖ ਦੇ ਨੇੜੇ ਵੀ ਨਹੀਂ ਜਾ ਰਿਹਾ। ਹੁਣ ਮੈਨੂੰ ਗੁਰੂ ਰਾਮਦਾਸ ਪਿਤਾ ਜੀ ਮੈਨੂੰ ਕਹਿੰਦੇ ਆ ਭਲਿਆ ਮੈਂ ਤੂੰ ਲੈ ਕੇ ਚੱਲਾਂ। ਉਹਨਾਂ ਨੇ ਸਫ਼ਰ ਕੀਤੇ, ਉਹਨਾਂ ਨੇ ਅਨੁਭਵ ਕੀਤੇ ਨੇ ਪਰਮਾਤਮਾ ਜੀ ਨਾਲ, ਵਾਹਿਗੁਰੂ ਜੀ ਨਾਲ, ਨਿਰੰਕਾਰ ਜੀ ਨਾਲ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਜਿਹੜੀ ਸਾਂਝ ਹੈ ਉਹ ਹੈ, ਉਹ ਜਾਣਦੇ ਨੇ ਸੋ ਪੁਰਖ ਨੂੰ, ਉਹਨਾਂ ਨੂੰ ਪਹਿਚਾਣ ਹੈ, ਉਹਨਾਂ ਦੇ ਕੋਲ ਭੇਦ ਹੈ, ਉਹ ਜਾਣਦੇ ਨੇ ਜਿਹੜਾ ਸੁਪੁਰਖ ਕਿਸ ਤਰ੍ਹਾਂ ਦਾ ਹੈ, ਜੋ ਵਿਆਪਕ ਹੈ, ਪਰਿਪੂਰਨ ਹੈ, ਘਟ ਘਟ ਸਮੋਇਆ ਹੋਇਆ ਹੈ, ਸਾਰੀ ਜਗ੍ਹਾ 'ਤੇ ਵਿਆਪਕ ਹੈ। ਇਹੋ ਜਿਹੀ ਕੋਈ ਥਾਂ ਨਹੀਂ ਜਿੱਥੇ ਉਹ ਨਹੀਂ। ਉਹ ਕਿਸ ਤਰ੍ਹਾਂ ਦਾ ਹੈ, ਉਹਨੇ ਕੀ ਕਿਵੇਂ ਆ, ਇਹ ਗੱਲ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਸਮਝ ਆ ਗਈ। ਆਈ ਕਿੱਥੋਂ?
ਦੇਖੀ ਤਾਂ ਸਹੀ ਨਾ। ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਇਹ ਸਮਝ ਕਿੱਥੋਂ ਮਿਲੀ? ਜਿੱਥੇ ਆਪਾਂ ਬੈਠੇ, ਕਿੱਥੋਂ ਮਿਲੇ? ਗੁਰੂ ਦੇ ਘਰ ਚੋਂ। ਉਹਨਾਂ ਦੇ ਵੀ ਕਦੇ ਇਤਿਹਾਸ ਪੜ੍ਹ ਕੇ ਦੇਖੀਏ ਨਾ। ਉਹਨਾਂ ਦਾ ਪਹਿਲਾ ਨਾਮ ਜੇਠਾ, ਕਿਵੇਂ ਉਹਨਾਂ ਦੀ ਜ਼ਿੰਦਗੀ ਦੀ ਸ਼ੁਰੂਆਤ ਹੈ, ਕਿਵੇਂ ਉਹਨਾਂ ਦੇ ਬਚਪਨ ਦਾ ਵਾਤਾਵਰਨ ਹੈ, ਕਿਸ ਮਾਹੌਲ ਦੇ ਅੰਦਰ ਉਹਨਾਂ ਦੀ ਪਰਵਰਿਸ਼ ਹੈ, ਕਿਸ ਮਾਹੌਲ ਦੇ ਅੰਦਰ ਉਹਨਾਂ ਨੂੰ ਜ਼ਿੰਦਗੀ ਦੇ ਲੜਾਈ ਸ਼ੁਰੂ ਕਰਨੀ ਪੈਂਦੀ ਹੈ, ਕਿਸ ਵਾਤਾਵਰਨ ਥਾਣੀ ਉਹ ਗੁਜ਼ਰਦੇ ਨੇ। ਨਾਨੀ ਨੇ ਗੁਰੂ ਤੱਕ ਲੈ ਆਂਦਾ ਤੇ ਗੁਰੂ ਨੇ 100 ਦਰ ਤੇ 100 ਪੁਰਖ ਤੱਕ ਪਹੁੰਚਾ ਦਿੱਤਾ। ਅੱਜ ਵੀ ਦੁਨੀਆ ਦੀ ਮਾਂ ਆਪਣੇ ਬੱਚੇ ਨੂੰ ਗੁਰੂ ਦੇ ਦਰ ਤੇ ਲਿਆਉਣ ਲਈ ਜ਼ਿੰਮੇਵਾਰ ਹੈ। ਤੇ ਜਿਹੜਾ ਬੱਚਾ ਗੁਰੂ ਦੇ ਦਰ ਤੇ ਆ ਜਾਏਗਾ ਤੇ ਗੁਰੂ ਦਾ ਸ਼ਬਦ ਉਹਨੂੰ 100 ਦਰ ਤੇ 100 ਪੁਰਖ ਤੱਕ ਪਹੁੰਚਾਉਣ ਲਈ ਜ਼ਿੰਮੇਵਾਰ ਹੈ। ਹੁਣ ਮਾਂ ਨੇ ਬੱਚੇ ਨੂੰ ਪਕੜਨਾ ਹੈ, ਪਿਤਾ ਨੇ ਬੱਚੇ ਨੂੰ ਪਕੜਨਾ ਹੈ, ਉਹਨੇ ਗੁਰੂ ਦੇ ਦਰ ਤੇ ਲੈ ਕੇ ਆਣਾ ਹੈ ਤੇ ਗੁਰੂ ਨੇ ਸ਼ਬਦ ਦੀ ਬਖਸ਼ਿਸ਼ ਕਰਨੀ ਹੈ। ਤੇ ਗੁਰਦੇਵ ਦੇ ਸ਼ਬਦ ਨੇ ਸਾਨੂੰ 100 ਦਰ ਤੱਕ ਲੈ ਕੇ ਜਾਣਾ ਹੈ। ਗੁਰਦੇਵ ਦੇ ਸ਼ਬਦ ਨੇ ਸਾਨੂੰ 100 ਪੁਰਖ ਤੱਕ ਲੈ ਕੇ ਜਾਣਾ। ਇਹ 100 ਦਰ ਮਹੱਤਵਪੂਰਨ ਹੈ, 100 ਪੁਰਖ ਮਹੱਤਵਪੂਰਨ ਹੈ। ਹੁਣ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜ਼ਿੰਦਗੀ ਦੀ ਪ੍ਰਾਪਤੀ ਅਦਨ ਲੰਗਣ ਹੋਏਗੀ ਨਾ, ਜਗਿਆਸਾ ਜਾਗ ਪਈ ਹੋਏਗੀ ਨਾ ਕਿ ਮੈਂ 100 ਦਰ ਤੱਕ ਜਾਣਾ ਹੈ, ਮੈਂ 100 ਪੁਰਖ ਤੱਕ ਜਾਣਾ ਹੈ। ਉਹਨਾਂ ਨੇ ਆ ਕੇ ਆਪਣੇ ਗੁਰਦੇਵ ਪਿਤਾ ਦੇ ਦਰ ਉੱਤੇ ਬਹਿ ਕੇ 100 ਪੁਰਖ ਦੀ ਗੱਲ, 100 ਦਰ ਦੀ ਗੱਲ ਸੁਣੀ ਹੋਏਗੀ। ਤੇ ਜਿਸ ਗੁਰਦੇਵ ਦੇ ਕਦਮਾਂ 'ਚ ਉਹਨਾਂ ਨੇ ਆ ਕੇ ਸਿਰ ਝੁਕਾਇਆ ਨਾ, ਕੀ ਸ਼ੁਭ ਨਾਮ ਉਹਨਾਂ ਦਾ, ਉਸ ਗੁਰਦੇਵ ਜੀ ਦਾ ਕੀ ਨਾਮ ਹੈ? ਜਿਸ ਗੁਰਦੇਵ ਦੇ ਚਰਨਾਂ 'ਚ ਆ ਕੇ ਭਾਈ ਜੇਠਾ ਜੀ ਨੇ ਸਜਦਾ ਕੀਤਾ, ਪ੍ਰਣਾਮ ਕੀਤਾ, ਕੀ ਨਾਮ ਰਿਹਾ ਉਹਨਾਂ ਦਾ? ਧੰਨ ਸ਼੍ਰੀ ਗੁਰੂ ਅਮਰਦਾਸ ਜੀ, ਧੰਨ ਸ਼੍ਰੀ ਗੁਰੂ ਅਮਰਦਾਸ ਜੀ। ਤੇ ਸ਼੍ਰੀ ਗੁਰੂ ਅਮਰਦਾਸ ਜੀ ਤੇ ਸੰਸਾਰ ਨੂੰ ਕਹਿੰਦੇ, ਆ ਦੁਨੀਆ ਦੇ ਲੋਕੋ, ਮੈਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨੀ ਚਾਹੁੰਦਾ, ਪਰ ਸੰਸਾਰ ਦੀ ਨਹੀਂ, ਕਰਤਾਰ ਦੀ। ਉਹ ਜਿਹੜੀ ਆਨੰਦ ਸਾਹਿਬ ਦੀ 9ਵੀਂ ਪੌੜੀ ਹੈ, ਆਪਾਂ ਪੜ੍ਹਦੇ, ਰੋਜ਼ਾਨਾ ਪੜ੍ਹਦੇ ਹਾਂ। ਉਹ 'ਚ ਗੁਰਦੇਵ ਪਿਤਾ ਜੀ ਆਵਾਜ਼ ਮਾਰਦੇ ਨੇ। ਜਦੋਂ ਆਵਾਜ਼ ਵੱਜੀ ਹੋਏਗੀ, ਆਵਾਜ਼ ਭਾਈ ਜੇਠੇ ਨੇ ਵੀ ਸੁਣੀ ਹੋਏਗੀ, ਗੁਰੂ ਅਮਰਦਾਸ ਦੇ ਮੁਖਾਰ ਬਿੰਦ 'ਚ ਨਿਕਲੇ ਹੋਏ ਬੋਲ ਕਿ ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੈ। ਹੁਣ ਗੁਰਦੇਵ ਨੇ ਆਵਾਜ਼ ਮਾਰੀ ਹੋਏਗੀ, ਕੰਨਾਂ ਦੇ ਪਰਦਿਆਂ ਨਾਲ ਟਕਰਾਈ ਹੋਏਗੀ, ਅੰਦਰ ਜਾ ਕੇ ਇਸ ਆਵਾਜ਼ ਨੇ ਹਰਕਤ ਕੀਤੀ ਹੋਏਗੀ ਕਿ ਆਹ ਦੁਨੀਆ ਦੇ ਲੋਕ ਆ ਜਾਓ, ਸੰਸਾਰ ਦੀ ਕਹਾਣੀ ਕਰਨ ਵਾਲਿਓ, ਆਓ ਰਲ ਕੇ ਬਹਿ ਜਾਈਏ, ਆਪਾਂ ਸੰਸਾਰ ਦੀ ਕਹਾਣੀ ਛੱਡੀਏ ਤੇ ਆਪਾਂ 100 ਦਰ ਦੇ ਮਾਲਕ ਦੀ ਕਹਾਣੀ ਕਰ ਲਈਏ, 100 ਪੁਰਖ ਦੀ ਕਹਾਣੀ ਕਰ ਲਈਏ। ਗੁਰੂ ਅਮਰਦਾਸ ਜੀ ਦੀ ਆਵਾਜ਼ ਭਾਈ ਜੇਠੇ ਜੀ ਦੇ ਕੰਨਾਂ ਦੇ ਪਰਦਿਆਂ ਨਾਲ ਟਕਰਾਈ ਤੇ ਭਾਈ ਜੇਠੇ ਦੇ ਅੰਦਰ ਗਿਆ ਹੋਇਆ ਸ਼ਬਦ ਉਹਨੇ ਚੇਤਨਾ ਪੈਦਾ ਕੀਤੀ ਕਿ ਜ਼ਿੰਦਗੀ ਸੰਸਾਰ ਦੇ ਘਰ ਨਾਲ ਜੁੜਨ ਵਾਸਤੇ ਨਹੀਂ ਹੈ, ਜ਼ਿੰਦਗੀ 100 ਦਰ ਨਾਲ ਜੁੜਨ ਵਾਸਤੇ, ਜ਼ਿੰਦਗੀ 100 ਪੁਰਖ ਨਾਲ ਜੁੜਨ ਵਾਸਤੇ। ਆਪਾਂ ਕਿੱਥੇ ਜੁੜੇ ਹੋਏ? ਅਸੀਂ ਜੁੜੇ ਹਾਂ ਸੰਸਾਰ ਦੇ ਪੱਥਰਾਂ ਦੇ ਘਰਾਂ ਨਾਲ। ਜਿੱਥੇ ਫਰੀਦ ਕਹਿੰਦੇ ਮਿੱਟੀ ਪਈ ਉਹ ਤੋਲਵੀ, ਮਿੱਟੀ ਪਈ ਉਹ ਤੋਲਵੀ, ਇਤਨਾ ਲਾਏ ਚਿੱਤ। ਸਾਡੇ ਘਰਾਂ ਨੂੰ ਅਤੋਲਵੀ ਮਿੱਟੀ ਪਈ ਹੈ ਨਾ, ਇਹਦੀ ਬੁਨਿਆਦ ਡੂੰਘੀ ਰੱਖ ਦਿਓ ਜੀ, ਇਹਦੀ ਕੁਰਸੀ ਉੱਚੀ ਰੱਖ ਦਿਓ ਜੀ। ਗਵਾਂਢੀ ਦੇ ਘਰ ਤੇ ਪਾਣੀ ਵੜ ਜਾਏ, ਪਰ ਮੇਰੇ ਘਰ ਨਹੀਂ ਪਾਣੀ ਵੜਨਾ ਚਾਹੀਦਾ। ਮੇਰੇ ਘਰ ਦੀ ਗਲੀ 'ਚ ਲੰਘਣ ਵਾਲਾ ਬੰਦਾ ਤੇ ਭਾਵੇਂ ਸਕੂਟਰ ਡੁੱਬ ਜਾਏ ਉਹਦਾ, ਪਰ ਮੇਰੇ ਘਰ ਵਿੱਚ ਮੀਂਹ ਜਿੰਨਾ ਮਰਜ਼ੀ ਪੈ ਜਾਏ, ਬੂੰਦ ਨਹੀਂ ਆਣੀ ਚਾਹੀਦੀ। ਇਹ ਕਿਹੜੀ ਬਿਰਤੀ ਹੈ? ਧਰਮ ਦੀ। ਧਰਮੀ ਤੇ ਹੈ ਨਹੀਂ, ਦੂਜਾ ਡੁੱਬੇ ਮੈਂ ਬਚ ਜਾਵਾਂ। ਕਿਤੇ ਗਲੀਆਂ ਮਹੱਲੇ ਲੰਘ ਕੇ ਦੇਖੋਗੇ, ਤੁਹਾਨੂੰ ਸਾਰਿਆਂ ਦੇ ਘਰਾਂ ਦੇ ਦਰਵਾਜ਼ੇ ਇੱਕ ਦੂਜੇ ਨੂੰ ਉੱਚੇ ਨੀਵੇਂ ਦਿਖਾਈ ਦੇਣਗੇ, ਬਰਾਬਰ ਨਹੀਂ ਦਿਖਾਈ ਦੇਣਗੇ। ਭਾਵੇਂ ਆਪਾਂ ਸ਼ਹਿਰਾਂ 'ਚ ਰਹਿਣ ਵਾਲੇ ਹਾਂ, ਭਾਵੇਂ ਪਿੰਡਾਂ 'ਚ ਰਹਿਣ ਵਾਲੇ ਹਾਂ, ਸਾਡੀ ਤਰਤੀਬ ਕੋਈ ਨਹੀਂ। ਮੈਂ ਕੇਵਲ ਆਪਣਾ ਭਲਾ ਸਭ ਕਾਹੂੰ ਮੰਗਣੇ ਵਾਲੀ ਬਿਰਤੀ ਤੇ ਖਲੋਤਾ ਹੈ। ਮੇਰੇ ਅੰਦਰ ਅਜੇ ਸੋਦਰ ਦਾ ਸੰਬੰਧ ਜਿੱਦਣ ਆ ਗਿਆ ਨਾ, ਉਦਣ ਮੈਂ ਆਪਣੇ ਬਾਰੇ ਨਹੀਂ ਸੋਚਾਂਗਾ। ਜਿੱਦਣ ਮੇਰੀ ਬਿਰਤੀ ਅੰਦਰ 100 ਪੁਰਖ ਆ ਗਿਆ, ਉਦਣ ਮੈਂ ਆਪਣੇ ਬਾਰੇ ਨਹੀਂ ਸੋਚਾਂਗਾ। ਉਦੋਂ ਮੇਰੀ ਸੋਚ ਬਦਲ ਜਾਏਗੀ।
ਤੇ ਸ੍ਰੀ ਗੁਰੂ ਰਾਮਦਾਸ ਪਿਤਾ ਜੀ ਸਾਡੇ ਨਾਲ ਜਿਹੜਾ ਅਨੁਭਵ ਉਹਨਾਂ ਨੂੰ ਗੁਰਦੇਵ ਦੇ ਦਰ ਤੇ ਬਹਿ ਕੇ ਪ੍ਰਾਪਤ ਹੋਇਆ, ਉਸੇ ਅਨੁਭਵ ਦੀ ਚਰਚਾ ਮੇਰੇ ਗੁਰਦੇਵ ਪਿਤਾ ਜੀ ਕਰ ਰਹੇ ਨੇ। ਫਿਰ ਪਹਿਲੀ ਪੰਕਤੀ ਭਾਈ ਸਾਹਿਬ ਜੀ ਪੜ੍ਹਨ, ਧਿਆਨ ਨਾਲ ਸਰਵਣ ਕਰਨ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗੰਮਾ ਅਗੰਮ ਪਾਰਾ। ਗੁਰਦੇਵ ਕਹਿੰਦੇ ਭਲਿਆ ਤੂੰ ਦੁਨੀਆ ਦੇ ਬੰਦੇ ਨੂੰ ਪੁਰਖ ਕਿਹਾ ਤੇ ਕਲਾ ਪੁਰਖ ਹੀ ਨਹੀਂ ਕਿਹਾ, ਤੂੰ ਦੁਨੀਆ ਦੇ ਬੰਦੇ ਨੂੰ ਮਹਾਂਪੁਰਖ ਵੀ ਕਿਹਾ। ਅੱਜ ਵੀ ਕਹਿ ਰਿਹਾ ਸੰਸਾਰ ਪਰਮਾਤਮਾ ਨੂੰ ਕਲਾ ਪੁਰਖ ਕਹਿੰਦੇ ਆ, ਪਰਮਾਤਮਾ ਨੂੰ ਕਲਾ ਅਸੀਂ ਪੁਰਖ ਕਹਿੰਦੇ ਆ। ਪਰ ਇੱਥੇ ਜਿਹੜਾ ਕੋਈ ਗੱਦੀ ਲਾ ਕੇ ਬਹਿ ਜਾਏ, ਕੋਈ ਆਸਣ ਲਾ ਕੇ ਬਹਿ ਜਾਏ, ਚਾਰ ਚੇਲੇ ਭਰਤੀ ਕਰ ਲੈ, ਜਿਹੜਾ ਬਾਣੀ ਨੂੰ ਛੱਡ ਕੇ ਕੱਚੀਆਂ ਤੁਕਾਂ ਲਾ ਕੇ ਪੜ੍ਹਨੀਆਂ ਸ਼ੁਰੂ ਕਰਦੇ, ਉਹਨੂੰ ਆਪਾਂ ਕੀ ਕਹਿੰਦੇ? ਪੁਰਖ ਤੋਂ ਅੱਗੇ ਲੈ ਜਾਂਦੇ। ਕਿੱਡੀ ਵੱਡੀ ਅਵੱਗਿਆ ਕਰਦੇ ਆ। ਜਿਹੜਾ ਕੱਚੀਆਂ ਧੁਨਾਂ ਲਾਉਂਦੇ ਨੇ, ਆਪਣੀਆਂ ਕਲਪਨਾਵਾਂ ਪੜ੍ਹਦੇ ਨੇ, ਅੱਜ ਉਹਨੂੰ ਕੀ ਕਹਿੰਦੇ ਆਪਾਂ? ਕੀ ਕਹਿ ਰਹੇ ਹਾਂ ਜੀ? ਤੁਹਾਡਾ ਲੁਧਿਆਣਾ ਹੀ ਬਹੁਤਾ ਭਰਿਆ ਪਏ ਇਹੋ ਜਿਹਿਆਂ ਨਾਲ। ਹੁਣ ਧਿਆਨ ਦੇਣਾ, ਮੇਰੇ ਗੁਰਦੇਵ ਪਿਤਾ ਸਾਡੇ ਸਤਿਗੁਰੂ ਜੀ ਪਰਮਾਤਮਾ ਜੀ ਲਈ ਸ਼ਬਦ ਵਰਤਦੇ ਨੇ ਪੁਰਖ। ਇਹ ਦੁਨੀਆ ਦੇ ਬੰਦੇ ਨਾਲ ਜੁੜਨ ਦੀ ਆਦਤ ਪਾ ਕੇ ਜ਼ਿੰਦਗੀ ਜਿਉਣ ਵਾਲਿਆ, ਆ ਮੈਂ ਤੈਨੂੰ ਐਸੇ ਪੁਰਖ ਦੀ ਬਾਤ ਸੁਣਾਵਾਂ ਜਿਹੜਾ ਸਰਵ ਵਿਆਪਕ ਹੈ, ਜਿਹੜਾ ਪਰਿਪੂਰਨ ਹੈ। ਐ ਦੁਨੀਆ ਦੇ ਬੰਦਿਆਂ ਨਾਲ ਨਹੀਂ ਜੁੜਨਾ, ਕਿਉਂਕਿ ਦੁਨੀਆ ਦੇ ਬੰਦੇ ਜਿਹੜੇ ਨੇ ਨਾ, ਉਹ ਮਾਇਆ ਦੇ ਵਿੱਚ ਗਵਾਚੇ ਹੋਏ ਨੇ। ਪਰ ਜਿਹੜਾ ਸੋ ਪੁਰਖ ਹੈ ਉਹ ਕੀ ਹੈ? ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ। ਕਮਾਲ ਹੋ ਗਿਆ। ਹੁਣ ਕਹੇ ਕਿ ਨਹੀਂ ਇਹ ਕਿੱਡੀ ਕੁ ਬਖਸ਼ਿਸ਼ ਸਾਡੇ ਤੇ ਹੋ ਰਹੀ, ਕਦੀ ਅੰਦਾਜ਼ਾ ਤਾਂ ਲਾਈਏ ਨਾ। ਸਾਡਾ ਧਿਆਨ ਬੰਦੇ ਵਾਲੇ ਪਾਸੇ ਜਾਣਾ ਹੀ ਨਹੀਂ ਚਾਹੀਦਾ। ਅਸੀਂ ਤੇ ਰਾਗੀਆਂ ਪ੍ਰਚਾਰਕਾਂ ਦੀ ਖਲੋ ਜਾਂਦੇ ਆ। ਅਸੀਂ ਪ੍ਰਚਾਰਕਾਂ ਨੂੰ ਮੱਥੇ ਟੇਕੀ ਜਾਂਦੇ ਆ, ਰਾਗੀਆਂ ਨੂੰ ਵੀ ਮੱਥਾ ਟੇਕੀ ਜਾਂਦੇ ਆ, ਗ੍ਰੰਥੀਆਂ ਨੂੰ ਮੱਥਾ ਟੇਕੀ ਜਾਂਦੇ ਆ, ਡੇਰੇਦਾਰਾਂ ਨੂੰ ਮੱਥਾ ਟੇਕੀ ਜਾਂਦੇ ਆ। ਸਾਡੇ ਘਰ ਗੁਰਦੁਆਰੇ ਗ੍ਰੰਥੀ ਚਲੇ ਜਾਏ, ਅਸੀਂ ਆਪਣੇ ਨਿੱਕੇ ਜਿਹੇ ਬੱਚੇ ਨੂੰ ਕਹਿੰਦੇ ਬਾਬਾ ਜੀ ਇਹਨੇ ਮੱਥਾ ਟੇਕ। ਅਸੀਂ ਤੇ ਬਹੁਤ ਅੱਗੇ ਲੰਘ ਗਏ ਹਾਂ, ਕਾਗਜ਼ਾਂ ਦੀ ਬਣੀ ਹੋਈ ਤਸਵੀਰਾਂ ਨੂੰ ਮੱਥੇ ਟਿਕਾਈ ਜਾਂਦੇ। ਸਾਡਾ ਧਿਆਨ ਸੋ ਦਰ ਵਾਲੇ ਪਾਸੇ ਨਹੀਂ ਜਾ ਰਿਹਾ, ਸਾਡਾ ਧਿਆਨ ਸੋ ਪੁਰਖ ਵਾਲੇ ਪਾਸੇ ਨਹੀਂ ਜਾ ਰਿਹਾ। ਅੱਜ ਅਸੀਂ ਬਹੁਤ ਪਿੱਛੇ ਖਲੋਤੇ ਹੋਏ ਹਾਂ। ਸ਼੍ਰੀ ਗੁਰੂ ਰਾਮਦਾਸ ਪਿਤਾ ਜੀ ਅੱਗੇ ਲੈ ਕੇ ਜਾਣਾ ਚਾਹੁੰਦੇ। ਹੁਣ ਅਸੀਂ ਜਾਣਾ ਚਾਹੁੰਦੇ ਕਿ ਨਹੀਂ ਜਾਣਾ ਚਾਹੁੰਦੇ? ਹੁਣ ਸਾਡੇ ਤੇ ਨਿਸਬਤ ਹੈ। ਗੁਰਦੇਵ ਤੇ ਸਾਡੀ ਸੁਰਤ ਨੂੰ ਫੜਨਾ ਚਾਹ ਰਹੇ ਨੇ। ਆ ਭਲਿਆ ਮੈਂ ਤੇਰਾ ਧਿਆਨ ਲੈ ਕੇ ਜਾਣਾ ਚਾਹੁੰਦਾ ਸੋ ਪੁਰਖ ਦੇ ਦਰ ਤੇ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ, ਫਿਰ ਬੋਲਿਓ ਕੀ? ਹਰ ਅਗੰਮ ਅਗੰਮ ਅਪਾਰਾ। ਇਹਨੂੰ ਅਗਮਾ ਅਗਮ ਨਹੀਂ ਪੜ੍ਹਨਾ, ਇਹਨੂੰ ਅਗਮਾ ਅਗਮ ਨਹੀਂ ਪੜ੍ਹਨਾ। ਭਾਈ ਸਾਹਿਬ ਨੇ ਬਿਲਕੁਲ ਠੀਕ ਉਚਾਰਨ ਕੀਤਾ। ਆਮ ਆਪਾਂ ਘਰਾਂ ਵਿੱਚ ਸਹਿ ਸੁਭਾਅ ਨਾਲ ਇਹਨੂੰ ਅਗਮਾ ਅਗਮ ਹੀ ਪੜ੍ਹੀ ਜਾਂਦੇ। ਨਹੀਂ, ਸ਼ਬਦ ਹੈ ਗਮ, ਐੜਾ ਲੱਗਿਆ ਅਗੇਤਰ, ਕੀ ਬਣ ਗਿਆ? ਅਗਮ। ਇਹਨੂੰ ਅਗਮਾ ਨਹੀਂ ਕਹਿਣਾ। ਐੜੇ ਨਾਲ ਗੱਗਾ ਨਹੀਂ ਲਾਣਾ, ਗਮ ਨਾਲ ਐੜਾ ਲਾਣਾ ਹੈ। ਸ਼ਬਦ ਹੈ ਗਮ, ਗਮ ਨੇ ਪਹੁੰਚ। ਜਿਉਂ ਤੱਕ ਸਾਡੀ ਪਹੁੰਚ ਹੋ ਜਾਏ, ਇੱਥੋਂ ਤੱਕ ਬੰਦ ਮੈਂ ਗਮ ਕਰ ਇੱਕ ਹੋ ਗਿਆ, ਪਹੁੰਚ ਹੋ ਗਈ। ਅਗਮ ਜਿੱਥੇ ਪਹੁੰਚ ਨਹੀਂ ਹੈ, ਜਿੱਥੇ ਤੱਕ ਜਾ ਹੀ ਨਹੀਂ ਸਕੀਦਾ। ਜਿਹੜਾ ਸੋ ਪੁਰਖ ਹੈ ਇਹ ਮੇਰੀ ਬੁੱਧੀ ਦੀ ਸੋਚ ਤੋਂ ਪਰੇ ਹੈ, ਅਗਮ ਹੈ। ਦੁਨੀਆ ਦੇ ਬੰਦੇ ਦੀ ਅਕਲ, ਸਾਡੀ ਸੰਸਾਰ ਦੀ ਬੁੱਧੀ, ਦੁਨੀਆ ਦੇ ਅੱਖਰਾਂ ਦੇ ਜੋੜ ਤੋੜ ਨਾਲ ਭਲਿਆ ਤੇਰਾ ਸੰਬੰਧ ਸੋ ਪੁਰਖ ਨਾਲ ਨਹੀਂ ਬਣੇਗਾ। ਸੋ ਪੁਰਖ ਅਗੰਮ ਹੈ। ਪਹਿਲਾ ਸ਼ਬਦ ਹੈ ਨਿਰੰਜਨ। ਇਹ ਦੋ ਸ਼ਬਦਾਂ ਦੀ ਸੰਧੀ ਹੈ, ਨਿਰ, ਅੱਗੇ ਕੀ ਹੈ? ਅੰਜਨ। ਅੰਜਨ ਕਿਹਨੂੰ ਕਹਿੰਦੇ ਨੇ? ਕਾਲਖ ਨੂੰ। ਅੰਜਨ ਕਿਹਨੂੰ ਕਹਿੰਦੇ ਨੇ? ਕਾਲਖ ਨੂੰ। ਹਾਂਜੀ, ਤੇ ਬੀਬੀ ਅੱਖਾਂ 'ਚ ਪਾਉਣ ਵਾਲੇ ਸੁਰਮੇ ਨੂੰ ਕੀ ਕਹਿੰਦੇ ਨੇ? ਉਹਨੂੰ ਵੀ ਅੰਜਨ ਹੀ ਕਹਿੰਦੇ।
ਅੰਜਨ ਉੱਥੇ ਕਾਲੇ ਰੰਗ ਦਾ ਹੁੰਦਾ, ਇਸ ਕਰਕੇ ਉਹਦਾ ਸੁਰਮੇ ਦਾ ਨਾਮ ਹੀ ਅੰਜਨ ਹੀ ਹੈ। ਹੁਣ ਗੁਰਦੇਵ ਪਿਤਾ ਕਹਿੰਦੇ ਨੇ ਪਰਮਾਤਮਾ ਅੰਜਨ ਨਹੀਂ ਹੈ, ਸੋ ਪੁਰਖ ਅੰਜਨ ਨਹੀਂ ਹੈ। ਉਹ ਮਾਇਆ ਨਾਲ ਜੁੜਿਆ ਹੋਇਆ ਨਹੀਂ ਹੈ, ਕਾਲਖ ਨਾਲ ਜੁੜਿਆ ਹੋਇਆ ਨਹੀਂ ਹੈ, ਉਹ ਸੰਸਾਰਕ ਬਿਰਤੀ ਵਾਲਾ ਨਹੀਂ ਹੈ, ਨਿਰਅੰਜਨ ਹੈ। ਨਿਰਮੈਣੇ ਬਗੈਰ, ਅੰਜਨ ਮੈਨੇ ਕਾਲਖ। ਤੇ ਜਿਸ ਬੰਦੇ ਨਾਲ ਆਪਾਂ ਜੁੜਾਂਗੇ ਸੰਸਾਰ ਦੇ ਅੰਦਰ, ਉਹ ਕੌਣ ਹੈ? ਦੁਨੀਆ ਦਾ ਕੋਈ ਇਹੋ ਜਿਹਾ ਮਨੁੱਖ ਦਿਖਾ ਦਿਓ ਜਿਹ ਤੇ ਮਾਇਆ ਦਾ ਪ੍ਰਭਾਵ ਨਾ ਹੋਵੇ। ਇੱਥੇ ਤੇ ਮਾਇਆ ਦੇ ਪ੍ਰਭਾਵ ਨੇ ਤਪ ਕਰਤੇ, ਕੀ ਹੋਇਆ? ਤਪ ਕਰਤੇ ਤਪਸੀ ਭੁਲਾਏ, ਪੰਡਿਤ ਮੋਹੇ ਦੁਨੀ ਚਿਤ ਲਾਏ। ਮਾਇਆ ਦੀ ਕਾਲਖ ਨੇ, ਇੱਥੇ ਬ੍ਰਹਮਾ ਵੀ ਉੱਥੇ ਚੱਕਰ 'ਚ ਫਸ ਗਿਆ। ਜਿੱਥੇ ਵੱਡੇ ਵੱਡੇ ਉਸੇ ਗੇੜੇ 'ਚ ਹੀ ਪਏ ਹੋਏ ਨੇ, ਫਿਰ ਉਹਨਾਂ ਨਾਲ ਜੁੜ ਕੇ ਕੀ ਮਿਲੇਗਾ? ਹੁਣ ਸੋ ਪੁਰਖ ਕੌਣ ਹੈ? ਨਿਰੰਜਨ, ਜਿਹੜਾ ਅੰਜਨ ਤੋਂ ਰਹਿਤ ਹੈ, ਉਹ ਤਾਂ ਇੱਕੋ ਹੀ ਹੈ, ਪਰਮਾਤਮਾ, ਵਾਹਿਗੁਰੂ, ਈਸ਼ਵਰ, ਅੱਲਾ, ਖੁਦਾ। ਹੁਣ ਫਿਰ ਸਵਾਲ ਸਾਡੇ ਕੋਲ ਆ ਗਿਆ ਕਿ ਅਸੀਂ ਐਸੇ ਪੁਰਖ ਨਾਲ ਜੁੜਨਾ ਚਾਹੁੰਦੇ, ਕਿ ਐਸੇ ਪੁਰਖ ਨਾਲ ਸੰਬੰਧ ਬਣਾਉਣਾ ਚਾਹੁੰਦੇ, ਭਲੇ ਉਹ ਬਾਣੀ ਤੇ ਸਾਡੇ ਸੰਬੰਧ ਸਥਾਪਿਤ ਕਰ ਰਹੀ ਹੈ। ਬਾਣੀ ਪੜ੍ਹੀ ਜਾ ਰਹੀ ਹੈ, ਕਈ ਕਹਿੰਦੇ ਕਈ ਗੱਲ ਦੁਹਰਾਈਆਂ ਜਾਣਗੀਆਂ, ਪ੍ਰਚਾਰਕ ਆਉਣਗੇ, ਵਾਰ-ਵਾਰ ਗੱਲ ਹੋਏਗੀ। ਹੋ ਸਕਦਾ ਤੁਸੀਂ ਵੀ ਅੱਕ ਥੱਕ ਜਾਓ ਕਿ ਜਿਹੜਾ ਵੀ ਭਾਈ ਆਉਂਦੇ ਇੱਕੋ ਗੱਲ ਕਹੀ ਜਾਂਦੇ, ਗਿਣ ਮਿਣ ਕੇ ਨਹੀਂ ਪੜ੍ਹਨੀ ਚਾਹੀਦੀ। ਵੀਰ ਜੀ ਦੇ ਘਰ ਬੈਠੇ ਆ, ਉੱਥੇ ਵੀ ਵੀਰ ਜੀ ਸਵਾਲ ਕੀਤਾ ਇੱਕ ਨੌਜਵਾਨ ਨੇ, ਬੜੇ ਜ਼ਿੰਮੇਵਾਰ ਸੱਜਣ ਜੀ ਨੇ, ਕਿ ਗਿਣਤੀ ਮਿਣਤੀ 'ਚ ਕੁਝ ਕਰਨਾ ਚਾਹੀਦਾ। ਇਹਦਾ ਉੱਤਰ ਬੜਾ ਛੋਟਾ ਜੇ, ਕਿ ਇੱਕ ਬੱਚੇ ਨੂੰ ਆਪਣੀ ਮਾਂ ਦਾ ਨਾਂ ਗਿਣ ਕੇ ਲੈਣ ਦੀ ਲੋੜ ਪੈਂਦੀ ਹੈ? ਕਿਉਂ ਜੀ? ਕਦੇ ਕਿਸੇ ਬੱਚੇ ਨੂੰ ਇਹ ਕਹਿਣ ਦੀ ਲੋੜ ਪਈ ਹੈ ਕਿ ਤੂੰ ਆਪਣੀ ਮਾਂ ਦਾ ਨਾਂ 31 ਵਾਰ ਲੈ, 51 ਵਾਰ ਲੈ, 101 ਵਾਰ ਲੈ, 11,000 ਵਾਰ ਲੈ, 1.25 ਲੱਖ ਵਾਰ ਲੈ? ਕਹਿਣਾ ਪੈਂਦਾ। ਜੇ ਬੱਚੇ ਦਾ ਇੱਕ ਵਾਰੀ ਨਾਂ ਲਿਆ ਪ੍ਰਵਾਨ ਹੈ ਤੇ ਭਲਿਆ, ਤੇ ਅਸੀਂ ਸਾਡਾ ਇੱਕ ਵਾਰੀ ਕਿਹਾ ਵਾਹਿਗੁਰੂ ਪ੍ਰਵਾਨ ਕਿਉਂ ਨਹੀਂ? ਸਤਿ ਸ਼੍ਰੀ ਅਕਾਲ। ਜੇ ਦੁਨੀਆ ਦੀ ਮਾਂ ਇੱਕ ਵਾਰੀ ਮਾਂ ਕਿਹਾ ਸੁਣ ਲੈਂਦੀ ਹੈ, ਕਿ ਇਹ ਜਿਹੜੀ ਮੇਰੀ ਗੁਰੂ ਮਾਂ ਹੈ, ਪ੍ਰਭੂ ਮਾਂ ਹੈ, ਇਹਨੂੰ ਮੇਰਾ ਇੱਕ ਵਾਰ ਦਾ ਬੋਲ ਨਹੀਂ ਸੁਣਦਾ? ਅਸੀਂ ਅਜੇ ਤਿਆਰੀ ਕਰਨੀ। ਕਾਰਨ ਬੜੇ ਸਪਸ਼ਟ ਨੇ। ਸਵਾਲ ਹੁਣ ਇਹ ਰਹੇਗਾ ਕਿ ਅਸੀਂ ਇਸ ਗੇੜ 'ਚ ਪੈਂਦੇ ਕਿਉਂ ਆ? ਇਹ ਗੱਲਾਂ ਪ੍ਰਚਾਰੀਆਂ ਕਿਉਂ ਜਾਂਦੀਆਂ ਨੇ? ਅਸੀਂ ਇਹਦੇ ਮਗਰ ਕਿਉਂ ਲੱਗਦੇ ਹਾਂ? ਆੜੇ ਤੋਂ ਕੋਈ ਸਿਧਾਂਤ ਦੀ ਗੱਲ ਕਰਦੇ ਨੇ ਤੇ ਸਾਡੀ ਪਕੜ ਵਿੱਚ ਘੱਟ ਆਉਂਦੀ ਹੈ, ਤੇ ਜੇ ਕੋਈ ਕਰਮ ਕਾਂਡ ਦੀ ਗੱਲ ਕਰਦਾ ਹੈ ਤੇ ਸਾਡੀ ਪਕੜ ਵਿੱਚ ਗੱਲ ਵੱਧ ਆਉਂਦੀ ਹੈ। ਅੱਜ ਦਾ ਸਮਾਂ ਹੀ ਹੈ। ਕੋਈ ਸਿਧਾਂਤ ਦੀ ਗੱਲ ਹੋਵੇ ਤੇ ਸਾਡੀ ਪਕੜ ਵਿੱਚ ਨਹੀਂ ਆਉਂਦੀ, ਤੇ ਜੇ ਕਰਮ ਕਾਂਡ ਦੀ ਗੱਲ ਹੋਵੇ ਤੇ ਸੰਸਾਰ ਮਗਰ ਭੀੜ ਲਾ ਕੇ ਖੜਾ ਹੋ ਜਾਂਦਾ ਹੈ। ਇਹ ਕਿਉਂ ਹੈ? ਇਹ ਸਵਾਲ ਨੇ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ 'ਚ ਆਪ ਜੀ ਨੇ ਵਿਚਾਰਨਾ ਇੱਥੇ ਬੈਠ ਕੇ। ਖੈਰ ਮੁੱਕਦੀ ਗੱਲ ਹੈ ਕਿ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗੰਮਾ ਅਗੰਮ ਅਪਾਰਾ। ਅਪਾਰਾ ਮੈਨੇ ਜਿਹਦਾ ਪਾਰਲਾ ਕਿਨਾਰਾ ਨਹੀਂ, ਜਿਹਦਾ ਕੰਢਾ ਹੀ ਨਹੀਂ ਕੋਈ, ਜਿਹਦਾ ਪਾਰਾਵਾਰ ਹੀ ਕੋਈ। ਇੰਨਾ ਬੇਅੰਤ, ਇੰਨਾ ਬੇਅੰਤ, ਇੰਨਾ ਬੇਅੰਤ, ਜਿੱਥੇ ਤੱਕ ਪਹੁੰਚ ਨਹੀਂ ਹੈ, ਕੋਈ ਵੀ ਨਹੀਂ ਜਾ ਸਕਿਆ, ਕਿਸੇ ਤਰ੍ਹਾਂ ਵੀ ਨਹੀਂ ਜਾਇਆ ਜਾ ਸਕਦਾ। ਤੇ ਜੇ ਕੋਈ ਸੋਚ ਵੀ ਲਵੇ, ਉਹਦੇ ਪੱਲੇ ਕੀ ਪਏਗਾ? ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ। ਹੁਣ ਕਹਿੰਦੇ ਉਹ ਪ੍ਰਮਾਤਮਾ ਦਾ ਅੰਤ ਨਹੀਂ ਪੈਣਾ,
ਜਿੰਨਾ ਮਰਜ਼ੀ ਤਿਲ ਲਾ ਲੇ ਕੋਈ, ਜਿੰਨਾ ਮਰਜ਼ੀ ਕੋਈ ਕਹਿ ਲੇ, ਸਮਾਂ ਆਗਿਆ ਨਹੀਂ ਦਿੰਦਾ ਇਸ ਤੋਂ ਅੱਗੇ ਚਲੀਏ। ਆਪਾਂ ਕੱਲ੍ਹ ਫਿਰ ਸੋ ਪੁਰਖ ਦੀ ਬਾਤ ਜਿਹੜੀ ਸਤਿਗੁਰੂ ਗੁਰੂ ਰਾਮਦਾਸ ਪਿਤਾ ਜੀ ਸਾਡੇ ਅੰਦਰ ਪਾ ਦੇਣੀ ਚਾਹੁੰਦੇ। ਬਸ ਪਹਿਲੇ ਤੁਹਾਡੇ ਅੱਗੇ ਕੋਈ ਬੇਨਤੀ ਹੈ ਕਿ ਆਉਣਾ ਹੈ ਨਾ, ਤਿਆਰੀ ਕਰਕੇ ਆਉਣਾ ਕਿ ਅਸੀਂ ਸੱਚੀ ਸੋ ਪੁਰਖ ਦੇ ਕੋਲ ਜਾਣਾ ਹੈ, ਤਿਆਰੀ ਕਰਕੇ ਆਉਣਾ। ਇਹ ਸਹਿ ਸੁਭਾਅ ਨਹੀਂ। ਗੁਰਦੁਆਰੇ 'ਚ ਆਉਣ ਲਈ ਤਿਆਰੀ ਚਾਹੀਦੀ ਹੈ, ਗੁਰੂ ਕੋਲ ਆਉਣ ਲਈ ਤਿਆਰੀ ਚਾਹੀਦੀ ਹੈ, ਅਤੇ ਤਿਆਰੀ ਅਸੀਂ ਮਨ ਕਰਕੇ ਸੁਰਤ ਕਰਕੇ ਕਰਨੀ ਹੈ। ਤਿਆਰੀ ਕਰਕੇ ਆਵਾਂਗੇ ਅਤੇ ਇੱਥੇ ਸਾਡੇ ਪੱਲੇ ਕੁਝ ਪੈ ਜਾਏਗਾ, ਵਰਨਾ ਇਹ ਕੰਨਾਂ ਦਾ ਰਸ ਰਹਿ ਜਾਏਗਾ। ਕਥਾ ਕੰਨਾਂ ਦਾ ਰਸ ਨਹੀਂ ਹੈ, ਸ਼ਬਦ ਕੰਨਾਂ ਦਾ ਰਸ ਨਹੀਂ ਹੈ। ਇਹ ਤਰੀਏ ਗੁਰ ਵਿਚਾਰ ਜਿਹੜਾ ਨਾ, ਇਹ ਵਿਚਾਰ ਅੰਦਰ ਜਾ ਕੇ ਆਚਾਰ ਬਣਦੀ ਹੈ, ਵਿਹਾਰ ਬਣਦੀ ਹੈ। ਜਦੋਂ ਤੱਕ ਅੰਦਰ ਜਾ ਕੇ ਵਿਚਾਰ ਆਹਾਰ ਨਹੀਂ ਬਣੇਗੇ, ਗੱਲ ਨਹੀਂ ਬਣੇਗੀ, ਨਹੀਂ ਤਾਂ ਕਥਨੀ ਰਹਿ ਜਾਏਗੀ। ਕਥਨੀ ਨਾਲ ਕੁਝ ਨਹੀਂ ਹੁੰਦਾ। ਤੇ ਸਿੱਖ ਕਥਨੀ ਦਾ ਜਾਮਨ ਨਹੀਂ ਹੈ, ਸਿੱਖ ਕਰਨੀ ਦਾ ਜਾਮਨ ਹੈ। ਇਸ ਤੋਂ ਅਗਲੀ ਵਿਚਾਰ ਜਿਵੇਂ ਗੁਰੂ ਜੀ ਕਰਵਾਉਣਗੇ, ਰਲ ਮਿਲ ਕੇ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ। ਆਪਾਂ ਤਿਆਰੀ ਕਰਕੇ ਆਈਏ, ਆਪਣੇ ਮਨਾਂ ਨੂੰ ਸਮਝਾ ਕੇ ਆਈਏ। ਆਂਢ ਗੁਆਂਢ ਹੋਰ ਵੀ ਸੁਨੇਹਾ ਲਾ ਦਿਓ ਕਿ ਭਾਈ ਗੱਲ ਸੋ ਪੁਰਖ ਦੀ ਚੱਲ ਰਹੀ ਹੈ, ਆਓ ਚਲੀਏ। ਪਹਿਲਾਂ ਸੋ ਦਰ ਦੀ ਗੱਲ ਚੱਲੀਏ, ਹੁਣ ਸੋ ਪੁਰਖ ਦੀ ਗੱਲ ਚੱਲੀਏ। ਇਹ ਇਕੱਲਾ ਸਿਰਲੇਖ ਨਹੀਂ ਹੈ, ਇਹ ਸਾਡਾ ਧਿਆਨ ਦੁਨੀਆ ਦੇ ਪੁਰਖ ਤੋਂ ਤੋੜ ਕੇ ਉਸ ਪਰਮ ਪੁਰਖ ਨਾਲ ਜੋੜਨ ਦੀ ਬਾਤ ਹੈ, ਸੋ ਪੁਰਖ ਨਾਲ ਜੋੜਨ ਦੀ ਬਾਤ ਹੈ। ਗੁਰਦੇਵ ਗੁਰੂ ਰਾਮਦਾਸ ਦੇ ਸ਼ਬਦ 'ਚੋਂ ਕੱਢ ਕੇ ਲਾਇਆ ਸਿਰਲੇਖ ਗੁਰੂ ਅਰਜਨ ਸਾਹਿਬ ਦਾ ਬੜੇ ਅਰਥ ਰੱਖਦਾ ਹੈ। ਗੁਰੂ ਚਾਹੁੰਦੇ ਨੇ ਗੁਰਦੇਵ ਪਿਤਾ ਬਾਣੀ ਨੂੰ ਪੜ੍ਹਨ ਵਾਲਾ, ਬਾਣੀ ਨੂੰ ਸੁਣਨ ਵਾਲਾ, ਬਾਣੀ ਨੂੰ ਗਾਉਣ ਵਾਲਾ ਸੱਚੀ ਸੋ ਪੁਰਖ ਦੇ ਨਾਲ ਜੁੜ ਜਾਏ। ਬਸ ਇਹ ਮੇਰੇ ਗੁਰਦੇਵ ਦੀ ਉਹਨਾਂ ਦੇ ਅੰਦਰ ਦੀ ਸੋਚ ਹੈ ਅਤੇ ਆਪਾਂ ਨੇ ਜੁੜਨਾ ਹੈ। ਬਸ ਜ਼ਿੰਦਗੀ ਦਾ ਲਕਸ਼ ਵੀ ਇਹੀ ਹੈ ਕਿ ਆਪਾਂ ਜੁੜ ਸਕੀਏ। ਸੋ ਇੰਨੀਆਂ ਬੇਨਤੀਆਂ ਨਾਲ ਦਾਸ ਰੱਖੇ ਮੰਦਾ ਜਾ ਚੁੱਕਾ ਹੈ। ਪਰਮਾਤਮਾ ਅੰਗ ਸੰਸਾਈ ਭੁੱਲਾ ਲਿਖੇ ਮਾਂ ਬਖਸ਼ਿਸ਼ ਕਰੋ। ਆਓ ਸਾਰੇ ਅਦਬ ਦੇ ਨਾਲ ਫਤਿਹ ਬੁਲਾਓ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਰੀਏ ਗੁਰ ਵਿਚਾਰ